ਲੇਖ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਸਨ। ਆਪ ਜੀ ਦਾ ਜਨਮ ਪਟਨਾ, ਬਿਹਾਰ ਵਿੱਚ 26 ਦਸੰਬਰ 1666 ਈਸਵੀ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ। ਆਪ 1673 ਈਸਵੀ ਵਿੱਚ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਨੇ ਬ੍ਰਿਜ, ਸੰਸਕ੍ਰਿਤ ਤੇ ਫਾਰਸੀ ਆਦਿ ਬੋਲੀਆਂ ਸਿੱਖੀਆਂ। ਇਹਨਾਂ ਵਿੱਚ ਲਿਖੇ ਹੋਏ ਸਾਹਿਤ ਨੂੰ ਪੜ੍ਹਿਆ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੰਗੀ ਤਰ੍ਹਾਂ ਪਾਠ ਕੀਤਾ। ਇੱਥੇ ਹੀ ਆਪ ਨੇ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਹਾਸਲ ਕੀਤੀ। ਆਪ ਅਜੇ ਮਸਾਂ 9 ਸਾਲ ਦੇ ਹੋਏ ਸਨ ਕਿ ਕਸ਼ਮੀਰ ਦੇ ਬ੍ਰਾਹਮਣ ਔਰੰਗਜ਼ੇਬ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਫਰਿਆਦ ਕੀਤੀ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਕਿਹਾ। ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਵਿੱਚ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਗੁਰਗੱਦੀ ਤੇ ਬਿਠਾ ਦਿੱਤਾ। ਗੁਰਗੱਦੀ ਤੇ ਵਿਰਾਜਮਾਨ ਹੁੰਦਿਆਂ ਹੀ ਆਪ ਨੂੰ 4 ਚੁਫੇਰੇ ਸਮੱਸਿਆਵਾਂ ਹੀ ਸਮੱਸਿਆਵਾਂ ਦਿਸੀਆਂ। ਆਪਣੇ ਸੰਬੰਧੀ ਗੁਰਗੱਦੀ ਤੇ ਝਗੜਿਆਂ ਕਾਰਨ ਮੂੰਹ ਵੱਟੀ ਬੈਠੇ ਸਨ। ਮਸਨਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਤਾਂ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਰਾਹ ਛੱਡ ਗਏ ਹਨ। ਪਹਾੜੀ ਰਾਜੇ ਆਪ ਨੂੰ ਹਿੰਦੂ ਧਰਮ ਦਾ ਨਾਸ਼ਕ ਤੇ ਸਿਰ ਫਿਰਿਆਂ ਦਾ ਗੁਰੂ ਆਖਣ ਲੱਗ ਪਏ ਸਨ। ਸਰਹੰਦ ਦਾ ਨਵਾਬ ਆਪ ਦਾ ਜਾਨੀ ਵੈਰੀ ਬਣ ਚੁੱਕਿਆ ਸੀ। 1686 ਵਿੱਚ ਪਹਾੜੀ ਰਾਜਿਆਂ ਨਾਲ ਆਪ ਨੇ ਘਮਸਾਨ ਦਾ ਯੁੱਧ ਕੀਤਾ। ਭੰਗਾਣੀ ਦੇ ਇਸ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਪੂਰੀ ਤਰ੍ਹਾਂ ਹਾਰ ਹੋਈ। ਆਪ ਨੇ ਆਪਣੀ ਰਹਿੰਦੀ ਉਮਰ ਦਾ ਬਹੁਤਾ ਭਾਗ ਹੇਠ ਦਿੱਤੀਆਂ ਲੜਾਈਆਂ ਲੜਦਿਆਂ ਗੁਜ਼ਾਰਿਆ। ਪਹਿਲਾ ਯੁੱਧ ਭੰਗਾਣੀ ਦਾ ਯੁੱਧ, ਨਦੌਨ ਦਾ ਯੁੱਧ, ਹੁਸੈਨੀ ਦਾ ਯੁੱਧ, ਅਨੰਦਪੁਰ ਦੀ ਪਹਿਲੀ ਲੜਾਈ, ਅਨੰਦਪੁਰ ਦੀ ਦੂਜੀ ਲੜਾਈ, ਨਿਰਮੋਹੀ ਦੀ ਲੜਾਈ, ਬਸਾਲੀ ਦੀ ਜੰਗ, ਅਨੰਦਪੁਰ ਦੀ ਤੀਜੀ ਲੜਾਈ, ਅਨੰਦਪੁਰ ਦੀ ਚੌਥੀ ਲੜਾਈ, ਸਰਸਾ ਦੀ ਲੜਾਈ, ਚਮਕੌਰ ਦੀ ਲੜਾਈ, ਮੁਕਤਸਰ ਦੀ ਆਖਰੀ ਲੜਾਈ। ਆਪ ਨੇ ਸਿੱਖਾਂ ਨੂੰ ਸਿੰਘ ਬਣਾਉਣ ਲਈ ਉਹਨਾਂ ਵਿੱਚ ਨਵੀਂ ਰੂਹ ਫੂਕਣ ਲਈ 30 ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ। ਸੰਗਤ ਦੀ ਹਾਜ਼ਰੀ ਵਿੱਚ ਆਪ ਨੇ ਬੜੇ ਹੀ ਵਿਚਿੱਤਰ ਢੰਗ ਨਾਲ 5 ਵਿਅਕਤੀ ਚੁਣੇ। ਇਹਨਾਂ ਵਿੱਚ ਸਭ ਜਾਤਾਂ ਦੇ ਲੋਕ ਸਨ। ਆਪ ਨੇ ਪਹਿਲਾਂ ਉਹਨਾਂ 5 ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਫਿਰ ਆਪ ਜੀ ਨੇ ਉਹਨਾਂ ਹੱਥੋਂ ਅੰਮ੍ਰਿਤ ਛਕਿਆ। ਉਹਨਾਂ 5 ਸਿੰਘਾਂ ਨੂੰ 5 ਪਿਆਰੇ ਆਖਿਆ। ਇਸ ਰਸਮ ਨਾਲ ਆਪ ਨੇ ਛੂਤ-ਛਾਤ, ਜਾਤ-ਪਾਤ ਦਾ ਖੰਡਨ ਕੀਤਾ। ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਿਤ ਕੀਤੀ। ਆਪ ਨੇ ਹਾਜ਼ਰ ਸੰਗਤਾਂ ਨੂੰ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਹੁਣ ਸੰਤ ਸਿਪਾਹੀਆਂ ਦੀ ਲੋੜ ਹੈ, ਨੀਰੇ ਸੰਤਾਂ ਦੀ ਨਹੀਂ। ਆਪ ਨੇ ਸਿੰਘਾਂ ਨੂੰ ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ਼ ਰੱਖਣ ਦਾ ਹੁਕਮ ਦਿੱਤਾ। ਆਪ ਨੇ ਖਾਲਸੇ ਨੂੰ ਉੱਚੀ ਪਦਵੀ ਦਿੰਦਿਆਂ ਹੋਇਆ ਆਖਿਆ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हूँ करूँ निवास, खालसा मेरा मुख है अंग, खालसा के हूँ सत्संग संग, खालसा मेरो इष्ट मुहूर्त, खालसो मेरो कहत ਵੀਰਤ। ਗੁਰੂ ਜੀ ਦੀ ਵੱਧਦੀ ਲੋਕਪ੍ਰਿਯਤਾ ਨੂੰ ਦੇਖ ਕੇ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਨੂੰ ਤਰੇਲੀਆਂ ਛੁੱਟ ਰਹੀਆਂ ਸਨ। ਦੋਹਾਂ ਸ਼ਕਤੀਆਂ ਨੇ ਮਿਲ ਕੇ ਗੁਰੂ ਜੀ ਤੇ ਹੱਲਾ ਬੋਲ ਦਿੱਤਾ। ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ। ਲੜਾਈ ਕਈ ਦਿਨ ਚੱਲੀ।
ਕਿਲੇ ਅੰਦਰਲਾ ਰਸਤ ਪਾਣੀ ਮੁੱਕ ਗਿਆ। ਸਿੰਘ ਭੁੱਖੇ ਮਰਨ ਲੱਗੇ। ਦੂਸਰੇ ਪਾਸੇ ਮੁਗਲ ਫੌਜਾਂ ਵੀ ਢੇਰੀ ਢਾਈ ਬੈਠੀਆਂ ਸਨ, ਪਰ ਦੁਸ਼ਮਣ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਕਿਲਾ ਖਾਲੀ ਕਰਵਾਉਣਾ ਚਾਹੁੰਦੇ ਸਨ। ਅਖੀਰ ਗੁਰੂ ਸਾਹਿਬ ਨੇ ਉਹਨਾਂ ਨੂੰ ਗਊ ਦੀ ਸੁਗੰਧ ਅਤੇ ਮੁਗਲਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਚੁਕਵਾ ਕੇ ਕਿਲਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਅਜੇ ਸਰਸਾ ਨਦੀ ਕੋਲ ਹੀ ਪਹੁੰਚੇ ਸਨ ਕਿ ਫਰੇਬੀਆਂ ਨੇ ਚੁੱਕੀਆਂ ਕਸਮਾਂ ਦੀ ਪਰਵਾਹ ਨਾ ਕਰਕੇ ਗੁਰੂ ਸਾਹਿਬ ਉੱਤੇ ਹੱਲਾ ਬੋਲ ਦਿੱਤਾ। ਸਰਸਾ ਨਦੀ ਕਿਨਾਰੇ ਲੋਹ ਡੋਲਵੀਂ ਲੜਾਈ ਹੋਈ। ਇਸ ਵਿੱਚ ਬਹੁਤ ਸਾਰੇ ਸਿੱਖ, ਬਹੁਮੁੱਲੀਆਂ ਵਸਤਾਂ ਅਤੇ ਢੇਰ ਸਾਰਾ ਰਚਿਆ ਸਾਹਿਤ ਸਰਸਾ ਨਦੀ ਦੀ ਭੇਟ ਚੜ ਗਿਆ। ਇਸ ਸਮੇਂ ਆਪ ਦਾ ਸਾਰਾ ਪਰਿਵਾਰ ਆਪ ਤੋਂ ਵਿਛੜ ਗਿਆ। ਗੁਰੂ ਸਾਹਿਬ ਨੇ ਮੁਗਲਾਂ ਨਾਲ ਚਮਕੌਰ ਵਿਖੇ ਇੱਕ ਭਿਆਨਕ ਲੜਾਈ ਲੜੀ। ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਇਸ ਲੜਾਈ ਵਿੱਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਆਪ ਜੀ ਦੀ ਮਾਤਾ ਜੀ ਨੇ ਠੰਡੇ ਬੁਰਜ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਲੜਾਈ ਪਿੱਛੋਂ ਗੁਰੂ ਸਾਹਿਬ ਮਾਛੀਵਾੜਾ ਦੇ ਜੰਗਲਾਂ ਵਿੱਚ ਚਲੇ। ਮਾਛੀਵਾੜੇ ਦੇ ਜੰਗਲਾਂ ਵਿੱਚ ਰਹਿੰਦਿਆਂ ਆਪ ਨੇ ਆਪਣੀ ਤਾਕਤ ਦੁਆਰਾ ਇਕੱਠੀ ਕੀਤੀ। 40 ਸਿੰਘ ਜੋ ਆਪ ਨੂੰ ਬੇਦਾਵਾ ਦੇ ਗਏ ਸਨ, ਉਹ ਵੀ ਆਪ ਨਾਲ ਆ ਕੇ ਰਲ ਗਏ। ਖਿਦਰਾਣੇ ਦੀ ਢਾਬ ਉੱਤੇ ਮੁਗਲਾਂ ਨਾਲ ਆਪ ਦੀ ਭਾਰੀ ਲੜਾਈ ਹੋਈ। ਇਸ ਲੜਾਈ ਵਿੱਚ 40 ਸਿੰਘ ਵੀ ਸ਼ਹੀਦ ਹੋ ਗਏ। ਉਹਨਾਂ ਨੂੰ ਆਪ ਨੇ 40 ਮੁਕਤਿਆਂ ਦਾ ਨਾਮ ਦਿੱਤਾ। ਉਹਨਾਂ ਦੇ ਨਾਂ ਉੱਤੇ ਹੀ ਖਿਦਰਾਣੇ ਦਾ ਨਾਂ ਮੁਕਤਸਰ ਰੱਖਿਆ ਗਿਆ। ਮੁਕਤਸਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਨੇ ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਆਪਣੇ ਪਿਤਾ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ। ਇਸ ਬੀੜ ਨੂੰ ਭਾਈ ਮਣੀ ਸਿੰਘ ਜੀ ਨੇ ਲਿਖਿਆ। ਇੱਥੇ ਹੀ ਆਪ ਨੂੰ ਔਰੰਗਜ਼ੇਬ ਦੀ ਇੱਕ ਚਿੱਠੀ ਆਈ, ਜਿਸ ਵਿੱਚ ਉਸ ਨੇ ਪਿਛਲੇ ਕਿੱਤੇ ਦੀ ਮਾਫੀ ਮੰਗਦਿਆਂ ਹੋਇਆਂ ਮਿਲਣ ਲਈ ਬੇਨਤੀ ਕੀਤੀ। ਆਪ ਔਰੰਗਜ਼ੇਬ ਨੂੰ ਮਿਲਣ ਲਈ ਤੁਰ ਪਏ। ਜਦ ਰਾਜਪੂਤਾਨੇ ਪੁੱਜੇ ਤਾਂ ਪਤਾ ਲੱਗਾ ਕਿ ਔਰੰਗਜ਼ੇਬ ਤਾਂ ਅਹਿਮਦ ਨਗਰ ਵਿੱਚ ਮਰ ਗਿਆ ਹੈ। ਆਪ ਦਿੱਲੀ ਮੁੜ ਆਏ। ਆਪ ਨੇ ਔਰੰਗਜ਼ੇਬ ਦੇ ਪੁੱਤਰਾਂ ਬਹਾਦਰ ਸ਼ਾਹ ਤੇ ਆਜਮ ਦੀ ਤਖਤ ਹੁਕੂਮਤ ਲਈ ਆਗਰੇ ਵਿੱਚ ਹੋਈ ਆਪਸੀ ਜੰਗ ਵਿੱਚ ਬਹਾਦਰ ਸ਼ਾਹ ਦੀ ਮਦਦ ਕੀਤੀ। ਬਹਾਦਰ ਸ਼ਾਹ ਜਿੱਤ ਗਿਆ ਅਤੇ ਬਾਦਸ਼ਾਹ ਬਣ ਗਿਆ। ਉਹ ਬਗਾਵਤਾਂ ਨੂੰ ਦਬਾਉਣ ਦੇ ਸਿਲਸਿਲੇ ਵਿੱਚ ਗੁਰੂ ਜੀ ਨੂੰ ਨਾਲ ਲੈ ਕੇ ਪਹਿਲਾਂ ਰਾਜਪੂਤਾਨੇ ਅਤੇ ਫਿਰ ਦੱਖਣ ਵੱਲ ਗਿਆ। ਦੱਖਣ ਵਿੱਚ ਗੁਰੂ ਜੀ ਦੀ ਇਸ ਨਾਲ ਗੱਲਬਾਤ ਟੁੱਟ ਗਈ। ਗੁਰੂ ਜੀ ਕੁਝ ਦਿਨਾਂ ਲਈ ਨੰਦੇੜ ਗਏ। ਇੱਥੇ ਆਪ ਨੇ ਵਿਰਾਗੀ ਸਾਧੂ ਮਾਧੋ ਲਾਲ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾਇਆ ਅਤੇ ਆਸ਼ੀਰਵਾਦ ਦੇ ਕੇ ਪੰਜਾਬ ਭੇਜਿਆ। ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਆਪ ਨੂੰ ਮਾਰ ਮੁਕਾਉਣ ਲਈ 2 ਪਠਾਨ ਭੇਜੇ, ਜਿਨ੍ਹਾਂ ਨੇ ਨੰਦੇੜ ਵਿੱਚ ਇੱਕ ਰਾਤੀ ਆਪ ਤੇ ਖੂਨੀ ਹਮਲਾ ਕਰ ਦਿੱਤਾ। ਆਪ ਨੇ ਇੱਕ ਨੂੰ ਤਾਂ ਉੱਥੇ ਹੀ ਮਾਰ ਦਿੱਤਾ ਅਤੇ ਦੂਜਾ ਨੱਸਦਾ ਹੋਇਆ ਮਾਰਿਆ ਗਿਆ। ਪਰ ਆਪ ਨੂੰ ਵੀ ਕਟਾਰ ਲੱਗਣ ਨਾਲ ਡੂੰਘਾ ਜ਼ਖਮ ਹੋਇਆ। ਟਾਂਕੇ ਲਾ ਕੇ ਮਰਮ ਪੱਟੀ ਕੀਤੀ ਗਈ, ਜਿਸ ਨਾਲ ਆਪ ਠੀਕ ਹੋ ਗਏ। ਕੁਛ ਚਿਰ ਬਾਅਦ ਇੱਕ ਦਿਨ ਆਪ ਕਮਾਨ ਤੇ ਚਿੱਲਾ ਚਾੜਨ ਲੱਗੇ। ਟਾਂਕੇ ਅਜਿਹੇ ਟੁੱਟੇ ਕਿ ਮੁੜ ਸਿੱਤੇ ਨਾ ਜਾ ਸਕੇ। ਆਪਣਾ ਅੰਤ ਨੇੜੇ ਵੇਖ ਕੇ ਆਪ ਨੇ ਗੁਰਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਗੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ। ਅੰਤ ਆਪ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਦਾ ਧਾਰਮਿਕ ਫਲਸਫਾ
ਉਹੋ ਕੁਛ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ। ਭਾਵ ਇੱਕ ਨਿਰਕਾਰ ਨੂੰ ਸਿਮਰਨਾ। ਆਪ ਸਦਾ ਸਾਰਿਆਂ ਨੂੰ ਇਹ ਤੁਕਾਂ ਦੁਹਰਾਉਣ ਲਈ ਆਖਿਆ ਕਰਦੇ ਸਨ। ਦੇਹ शिवावर मोहे है शुभ कर मन ते कब हूँ न टरो। देह शिवावर मोहे है शुभ कर मन ते कब हूँ न टरो। ना डरो अरसो जब जाए लरो। ना डरो अरसो जब जाए लरो। निश्चय कर अपनी जीत करो। निश्चय कर अपनी जीत करो। हर सिख हो अपने ही मन को। हर सिख ही अपने ही मन को। यह लालच है गुण तो उचरो। जब आव की ओध निदान बने। अत हिरन में तब चूंझ मरो। हिरन में तब चूंझ मरो। देह शिवावर मोहे है शुभ कर मन ते कब हूँ न डरो। शुभ कर मन ते कब हूँ न डरो। देह शिवा मर मोहे। सतनाम वाहिगुरू।